हेलो स्टूडेंट्स, किवें हो तुसी सारे? CEP 2025-26 यानी कि कंपिटेंसी एनहांसमेंट प्रोग्राम शुरू हो चुका है फ्रॉम क्लास 6 to 10th और ਇਹਦੇ ਲਈ ਤੁਸੀਂ ਬੇਸਲਾਈਨ ਐਗਜ਼ਾਮ ਵੀ ਦਿੱਤਾ ਹੈ। ਤੁਹਾਨੂੰ ਇਹ ਵੀ ਪਤਾ ਲੱਗਿਆ ਹੋਵੇਗਾ ਕਿ ਤੁਹਾਡੀ ਬਹੁਤ ਸਾਰੀ ਕੰਪੀਟੈਂਸੀਜ਼ ਵੀਕ ਨੇ ਔਰ ਜਿੱਥੇ ਮਿਹਨਤ ਕਰਨ ਦੀ ਲੋੜ ਹੈ। ਇਹਦੇ ਲਈ ਤੁਹਾਨੂੰ ਬਹੁਤ ਸਾਰੀ ਹੁਣ ਅਸਾਈਨਮੈਂਟਸ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਅੱਜ ਆਪਾਂ ਪਹਿਲੀ ਅਸਾਈਨਮੈਂਟ ਕਰਾਂਗੇ। ਇਸ ਪ੍ਰੋਗਰਾਮ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਫੋਲੋ ਕਰਦੇ ਹੋ, ਸਾਰੇ ਕੁਐਸਚਨ ਨੂੰ ਚੰਗੀ ਤਰ੍ਹਾਂ ਸਿੱਖਦੇ ਹੋ, ਆਪਣੇ ਕਨਸੈਪਟ ਕਲੀਅਰ ਕਰਦੇ ਹੋ, ਤਾਂ ਆਉਣੇ ਵਾਲੇ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ, ਪ੍ਰੀ ਬੋਰਡਸ ਦੇ ਵਿੱਚ, ਬੋਰਡਸ ਦੇ ਵਿੱਚ ਤੁਸੀਂ ਬਹੁਤ ਅੱਛੇ ਮਾਰਕਸ ਸਕੋਰ ਕਰੋਗੇ। ਤਾਂ ਮਿਹਨਤ ਕਰਨ ਦੀ ਲੋੜ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਪਹਿਲੀ ਅਸਾਈਨਮੈਂਟ। ਮੈਂ ਹਾਂ ਸਰਬਜੀਤ ਤੂਰ ਫਰਮ ਦ ਕੁਐਸਟ ਫॉर ਮੈਥਸ। ਐਸੇ ਇੱਕ ਪਲੇਟਫਾਰਮ ਪਰ ਤੁਸੀਂ ਮੈਥਸ ਦੀ ਐਕਸਕਲੂਸਿਵ ਨੌਲੇਜ ਲੈ ਸਕਦੇ ਹੋ ਫਰਮ ਸਕੂਲ ਟੂ ਕਾਲਜ ਐਂਡ ਕੰਪੀਟੀਸ਼ਨਸ। ਜਿਹੜੀ ਕੰਪੀਟੈਂਸੀ ਯੂਜ਼ ਹੋ ਰਹੀ ਹੈ ਉਹਦੇ ਨਾਲ ਤੁਹਾਡੀ ਵੱਖ-ਵੱਖ ਨੰਬਰਸ ਦੀ, ਰੀਅਲ ਨੰਬਰਸ ਦੀ, ਉਹਨਾਂ ਦੀ ਪ੍ਰੋਪਰਟੀਜ਼ ਦੇ ਬਾਰੇ ਕਨਸੈਪਟਸ ਕਲੀਅਰ ਹੋਣਗੇ, ਤੁਹਾਡੀ ਨੌਲੇਜ ਇਨਕਰੀਜ਼ ਹੋਗੀ। ਤਾਂ ਇਹ ਅਸਾਈਨਮੈਂਟ ਬੇਟਾ ਪੰਜਾਬੀ ਵਿੱਚ ਹੈਗੀ ਹੈ, ਬਟ ਮੈਂ ਨਾਲ ਦੇ ਨਾਲ ਇੰਗਲਿਸ਼ ਮੀਡੀਅਮ ਸਟੂਡੈਂਟਸ ਦੇ ਲਈ ਇੰਗਲਿਸ਼ ਦੇ ਵਿੱਚ ਵੀ ਦੱਸੀ ਜਾਵਾਂਗੀ, ਤੁਸੀਂ ਨੋਟ ਕਰ ਸਕਦੇ ਹੋ। ਤਾਂ ਫਸਟ ਕੁਐਸਚਨ ਹੈ, ਸਭ ਤੋਂ ਛੋਟੀ ਭਾਜ ਸੰਖਿਆ ਅਭਾਜ ਸੰਖਿਆ ਦਾ ਮਹੱਤਵ ਸਮਾਵਰਤਕ ਕੀ ਹੁੰਦਾ ਹੈ? ਯਾਨੀ ਕਿ smallest prime number and composite number, ਉਹਦਾ ਆਪਾਂ HCF ਪਤਾ ਕਰਨਾ ਹੈ। smallest prime number 2 ਹੁੰਦਾ ਹੈ, smallest composite 4 ਹੁੰਦਾ ਹੈ ਔਰ ਇਹਨਾਂ ਦਾ HCF ਕਿੰਨਾ ਹੋ ਜਾਏਗਾ ਆਪਣੇ ਕੋਲ 2। ਸਭ ਤੋਂ ਛੋਟੀ ਭਾਜ ਸੰਖਿਆ ਇਹਨਾਂ ਦਾ ਹੀ ਲਘੁੱਤਮ ਸਮਾਵਰਤਕ ਕਿੰਨਾ ਹੋਏਗਾ? LCM ਕਿੰਨਾ ਹੋਏਗਾ? that is 4, least common multiple। ਦੋ ਲਗਾਤਾਰ ਜਿਸ ਸੰਖਿਆਵਾਂ ਦਾ ਮਹੱਤਵ ਸਮਾਵਰਤਕ ਕੀ ਹੁੰਦਾ ਹੈ? ਅਗਰ 2 consecutive even numbers ਹੋਣ ਤਾਂ ਉਹਨਾਂ ਦਾ HCF। ਤਾਂ ਕਾਮਨ ਫੈਕਟਰ ਉਹਨਾਂ ਦਾ ਕੀ ਹੁੰਦਾ ਬੇਟਾ? 2। ਦੋ ਲਗਾਤਾਰ ਟਰਮ ਸੰਖਿਆਵਾਂ ਯਾਨੀ ਕਿ odd consecutive numbers ਹੋਣ ਤਾਂ ਉਹਨਾਂ ਦਾ HCF ਕੀ ਹੁੰਦਾ ਹੈ? ਮੰਨ ਲਓ 3 ਅਤੇ 5 ਹੋਵੇ ਜਾਂ 17 19 ਹੋਵੇ ਜਾਂ 21 23 ਹੋਵੇ ਤਾਂ ਇਹਨਾਂ ਦੇ ਵਿੱਚ ਕੀ ਕਾਮਨ ਹੈ ਆਪਣੇ ਕੋਲ? ਸਿਰਫ 1। ਦੋ ਸੰਖਿਆਵਾਂ ਦਾ HCF ਮਹੱਤਵ ਸਮਾਵਰਤਕ 1 ਹੈ ਤਾਂ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ? if HCF of two numbers is 1 then the two numbers are called, ਤਾਂ ਉਹਨਾਂ ਨੂੰ ਆਪਾਂ ਬੇਟਾ ਸਹਿ ਅਭਾਜ ਸੰਖਿਆਵਾਂ ਯਾਨੀ ਕਿ ਕੋ-ਪ੍ਰਾਈਮ ਨੰਬਰਸ ਕਹਿ ਸਕਦੇ ਹਾਂ। ਦੋ ਸੰਖਿਆਵਾਂ ਦਾ LCM ਔਰ HCF 182 ਅਤੇ 13 ਹੈ ਤਾਂ ਇਹਨਾਂ ਵਿੱਚੋਂ ਇੱਕ ਸੰਖਿਆ 26 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ। ਇਸ ਤਰੀਕੇ ਦਾ ਕੁਐਸਚਨ 2 ਮਾਰਕਸ ਦੇ ਵਿੱਚ ਤੁਹਾਨੂੰ ਬੋਰਡ ਐਗਜ਼ਾਮ ਦੇ ਵਿੱਚ ਵੀ ਆਉਂਦਾ ਹੈ। ਇਹਦੇ ਲਈ ਆਪਾਂ ਸਿੰਪਲੀ ਫਾਰਮੂਲਾ ਯੂਜ਼ ਕਰਦੇ ਹਾਂ ਵੀ ਦੋ ਨੰਬਰਾਂ ਨੂੰ ਮਲਟੀਪਲਾਈ ਕੀਤਾ ਉਹ ਦੋਨਾਂ ਦੇ HCF ਦੇ ਮਲਟੀਪਲੀਕੇਸ਼ਨ ਦੇ ਬਰਾਬਰ ਹੁੰਦਾ ਹੈ। ਹੁਣ ਆਪਣੇ ਕੋਲ ਇਹਦੇ ਵਿੱਚੋਂ ਇੱਕ ਨੰਬਰ 26 ਹੈ ਔਰ ਇਹ ਆਪਣੇ ਕੋਲ ਮਲਟੀਪਲੀਕੇਸ਼ਨ 182 ਅਤੇ 13 ਹੈ। ਠੀਕ ਹੈ, ਇੱਥੋਂ ਆਪਾਂ ਨੂੰ ਕੈਨਸਲ ਕਰਾਂਗੇ ਤੇ ਆ ਜਾਏਗਾ 7। ਤਾਂ ਆਨਸਰ ਜਿਹੜਾ ਹੈ Q ਦਾ ਕਿੰਨਾ ਆ ਜਾਏਗਾ ਆਪਣੇ ਕੋਲ? 91। ਤਾਂ ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਚੱਲਦੇ ਹਾਂ। ਇੱਕ ਅਭਾਜ ਸੰਖਿਆ ਦੇ ਵੱਧ ਤੋਂ ਵੱਧ ਕਿੰਨੇ ਗੁਣਨਖੰਡ ਹੋ ਸਕਦੇ ਹਨ? ਇੱਕ ਪ੍ਰਾਈਮ ਨੰਬਰ ਦੇ ਬੇਟਾ ਮੈਕਸਿਮਮ ਕਿੰਨੇ ਫੈਕਟਰਸ ਹੁੰਦੇ ਨੇ? 2। ਐਸੇ ਕਰਕੇ 1 ਇੱਕ ਪ੍ਰਾਈਮ ਨੰਬਰ ਨਹੀਂ ਹੈ, 1 ਦਾ ਸਿਰਫ ਇੱਕੋ ਹੀ ਫੈਕਟਰ ਹੋਇਆ। ਦੋ ਸਹਿ ਅਭਾਜ ਸੰਖਿਆਵਾਂ A ਅਤੇ B ਸੰਖਿਆਵਾਂ ਦਾ ਲਘੁੱਤਮ ਸਮਾਵਰਤਕ ਡੈਸ਼ ਦੇ ਬਰਾਬਰ ਹੁੰਦਾ ਹੈ। ਅਗਰ ਦੋ ਕੋ ਪ੍ਰਾਈਮ ਨੰਬਰਸ ਨੇ ਤਾਂ ਉਹਨਾਂ ਦਾ LCM ਕਿੰਨਾ ਹੋਏਗਾ? ਦੋਨਾਂ ਦੀ ਮਲਟੀਪਲੀਕੇਸ਼ਨ ਦੇ ਬਰਾਬਰ ਹੋਏਗਾ। HCF ਉਹਨਾਂ ਦਾ ਕਿਉਂਕਿ 1 ਹੈ। 7 ਗੁਣਾ 11 ਗੁਣਾ 13 plus 13 ਇੱਕ ਇਹੋ ਜਿਹੀ ਸੰਖਿਆ ਹੈ। x ਦੇ ਰੱਖਿਆ a ਕਿਊਬ b ਕਿਊਬ c ਕਿਊਬ, y ਦੇ ਰੱਖਿਆ a b ਸਕੁਆਇਰ c 4। ਇਹਦਾ ਮਹੱਤਵ ਸਮਾਵਰਤਕ ਯਾਨੀ ਕਿ ਆਪਾਂ HCF ਹਾਈਐਸਟ ਕਾਮਨ ਫੈਕਟਰ ਪਤਾ ਕਰਨਾ ਹੈ। ਤਾਂ ਦੇਖੋ a ਕਿਊਬ b ਕਿਊਬ ਇਧਰੋਂ c ਕਿਊਬ a b ਸਕੁਆਇਰ c 4। ਤੁਸੀਂ ਕੀ ਲੈਣੇ ਬੇਟਾ? ਸਾਂਝੇ ਗੁਣਨਖੰਡ ਲੈਣੇ ਨੇ। a ਵੀ ਹੈ ਔਰ ਉਹਨਾਂ ਦੀ ਛੋਟੀ ਘਾਤ ਲੈਣੀ ਹੈ ਤੇ a ਦੀ ਪਾਵਰ 1 ਆ ਜਾਏਗੀ। b ਹੋ ਗਿਆ b ਸਕੁਆਇਰ ਔਰ b ਕਿਊਬ ਦੇ ਵਿੱਚੋਂ ਕੀ ਲਵਾਂਗੇ ਆਪਾਂ? b ਸਕੁਆਇਰ ਲਵਾਂਗੇ। c4 c ਕਿਊਬ ਦੇ ਵਿੱਚੋਂ ਕੀ ਲਵਾਂਗੇ? c ਕਿਊਬ ਲਵਾਂਗੇ। ਮਤਲਬ ਆਪਾਂ ਕਾਮਨ ਫੈਕਟਰਸ ਔਰ ਸਮਾਲੈਸਟ ਪਾਵਰ ਦੇ ਨਾਲ ਲੈਣੇ ਹੁੰਦੇ ਨੇ। ਤਾਂ a b ਸਕੁਆਇਰ c ਕਿਊਬ c ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਹਰ ਸੰਪੂਰਨ ਸੰਖਿਆ ਡੈਸ਼ ਵੀ ਹੁੰਦੀ ਹੈ ਯਾਨੀ ਕਿ ਐਵਰੀ ਇੰਟੀਜਰ, ਹਰ ਇੰਟੀਜਰ ਬੇਟਾ ਇੱਕ ਪਰਿਮੇਯ ਸੰਖਿਆ ਦਾ ਹੁੰਦੀ ਹੈ, अपरिमेय नहीं होंगी। प्राकृतिक संख्या नहीं, जब आप -1 ले लिए तो प्राकृतिक संख्या नहीं है। तो ये ऑप्शन इज द राइट ऑप्शन। द क्वेश्चन नंबर 9 वाल चलते हैं बेटा। 7 मल्टीप्लाइड बाय 11 मल्टीप्लाइड बाय 13 प्लस 13 एक डैश संख्या है। तो पहला तो अपन सॉल्व कर लिए। देखो तुसी ये भी कर सकते हो कि तीनों ਨੂੰ मल्टीप्लाई करो और फिर प्लस 13 करो, बट इथों तुसी 13 कॉमन भी ले सकते हो।
ਤਾਂ ਇਹ ਆਪਣੇ ਕੋਲ 7 ਮਲਟੀਪਲਾਈਡ ਬਾਈ 11 प्लस 1 बच जाएगा। तो कैलकुलेशन काफी सौखी हो जाएगी। और ये 77 प्लस 1 यानी कि 78 तो मल्टीप्लाई करके आ रहा है 1014। इस दे अगर गुणनखंड बनाइए या फैक्टर्स बनाइए ਤਾਂ 1 ਅਤੇ 1014 ਤਾਂ ਬਣਦਾ ਹੀ ਬਣਦਾ ਹੈ। ਆ ਸਾਰੇ ਫੈਕਟਰਸ ਬਣ ਜਾਣਗੇ। ਤਾਂ ਇਹਦਾ ਮਤਲਬ ਕਲੀਅਰਲੀ ਇਹ ਇੱਕ ਕੰਪੋਜ਼ਿਟ ਨੰਬਰ ਹੈ, ਇੱਕ ਭਾਜ ਸੰਖਿਆ ਹੈ। ਕੁਐਸਚਨ ਨੰਬਰ 10 ਕਿਸੇ ਵੀ ਦੋ ਅਪਰਿਮੇय ਸੰਖਿਆਵਾਂ ਦਾ ਗੁਣਨਫਲ ਕੀ ਹੁੰਦਾ ਹੈ? What is the product of two irrational numbers? ਇਹ ਕੁਐਸਚਨ ਬੇਟਾ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਦੋ irrational numbers ਨੂੰ ਅਗਰ ਮਲਟੀਪਲਾਈ ਕਰੀਏ, ਦੋਨੋਂ ਅਗਰ ਸੇਮ ਨੇ ਤਾਂ ਆਨਸਰ ਰੈਸ਼ਨਲ ਆ ਜਾਂਦਾ ਹੈ, ਔਰ ਦੋਨੋਂ ਅਗਰ ਡਿਫਰੈਂਟ ਨੇ ਤਾਂ ਆਨਸਰ ਇਰੈਸ਼ਨਲ ਆ ਜਾਂਦਾ ਹੈ। ਯਾਨੀ ਕਿ ਰੈਸ਼ਨਲ ਇਰੈਸ਼ਨਲ, परिमेय अपरिमेय दोनों ही हो सकता है, कदे परिमेय संख्या दे कदे अपरिमेय संख्या। क्वेश्चन नंबर 11 इना विचों केड़ा जोड़ा सह अभाज है? Which one of the following pairs is co-prime? तो 14 और 35 को चेक करिए। 14 35 ਦਾ ਕਾਮਨ ਫੈਕਟਰ 7 ਬਣ ਜਾਂਦਾ ਹੈ। 23 and 69 ਦਾ ਕਾਮਨ ਫੈਕਟਰ 23 ਹੈ। 64 34 ਈਵਨ ਨੰਬਰਸ ਹੋਣ ਕਰਕੇ ਕਾਮਨ ਫੈਕਟਰ ਗੁਣਨਖੰਡ ਜਿਹੜਾ 2 ਵੀ ਬਣ ਜਾਂਦਾ ਹੈ। ਤਾਂ 18 और 25 ਇੱਕ ਇਹੋ ਜਿਹਾ ਜੋੜਾ ਹੈ ਜਿਹਦੇ ਵਿੱਚ 1 ਤੋਂ ਇਲਾਵਾ ਕੋਈ ਵੀ ਫੈਕਟਰ ਕਾਮਨ ਨਹੀਂ ਹੈ। ਸਹ ਅਭਾਜ ਦਾ ਮਤਲਬ ਇਹ ਹੁੰਦਾ ਹੈ कि दोनों संख्यावां वैसे तो अभाज ना हो, 18 और 25 प्राइम नंबर्स नहीं ने, कंपोजिट नंबर्स ने, लेकिन अगर दोनों ਨੂੰ एज अ पेयर ਵੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਸਿਰਫ ਇੱਕੋ ਹੀ ਕਾਮਨ ਫੈਕਟਰ ਹੋਵੇ, ਉਹ ਹੋਵੇ ਸਿਰਫ 1। ਫਿਰ ਉਹਨਾਂ ਨੂੰ ਆਪਾਂ ਸਹਿ ਅਭਾਜ ਜਾਂ ਕੋ ਪ੍ਰਾਈਮ ਨੰਬਰਸ ਕਹਿੰਦੇ ਹਾਂ। x ਦੇ ਰੱਖਿਆ a ਕਿਊਬ b ਕਿਊਬ c ਕਿਊਬ, y ਦੇ ਰੱਖਿਆ a b ਸਕੁਆਰ c4। ਇਹਦਾ ਮਹੱਤਵ ਸਮਾਂ ਵਰਤ ਗਿਆ ਨੇ ਕਿ ਆਪਾਂ HCF ਹਾਈਐਸਟ ਕਾਮਨ ਫੈਕਟਰ ਪਤਾ ਕਰਨਾ ਹੈ। ਤਾਂ ਦੇਖੋ a ਕਿਊਬ b ਕਿਊਬ ਇਧਰੋਂ c ਕਿਊਬ a b ਸਕੁਆਰ c4। ਤੁਸੀਂ ਕੀ ਲੈਣੇ ਬੇਟਾ? ਸਾਂਝੇ ਗੁਣਨਖੰਡ ਲੈਣੇ ਨੇ। a b ਹੈ और ਉਹਨਾਂ ਦੀ ਛੋਟੀ ਘਾਤ ਲੈਣੀ ਹੈ ਤੇ a ਦੀ ਪਾਵਰ 1 ਆ ਜਾਏਗੀ। b ਹੋ ਗਿਆ b ਸਕੁਆਰ और b ਕਿਊਬ ਦੇ ਵਿੱਚੋਂ ਕੀ ਲਵਾਂਗੇ ਆਪਾਂ? b ਸਕੁਆਰ ਲਵਾਂਗੇ। c4 c ਕਿਊਬ ਦੇ ਵਿੱਚੋਂ ਕੀ ਲਵਾਂਗੇ? c ਕਿਊਬ ਲਵਾਂਗੇ। ਮਤਲਬ ਆਪਾਂ ਕਾਮਨ ਫੈਕਟਰਸ ਔਰ ਸਮਾਲੈਸਟ ਪਾਵਰ ਦੇ ਨਾਲ ਲੈਣੇ ਹੁੰਦੇ ਨੇ। ਤਾਂ a b square c cube c option is the right option। हर संपूर्ण संख्या डैश भी ਹੁੰਦੀ है, यानी कि every integer, हर integer बेटा एक परिमेय संख्या ਦਾ ਹੁੰਦੀ ਹੈ, अपरिमेय नहीं ਹੁੰਦੀ। प्राकृतिक संख्या नहीं, जब आप -1 ਲੈ ਲਈਏ ਤਾਂ प्राकृतिक संख्या नहीं है। ਤਾਂ ਇਹ option is the right option। ਵਾਸਤਵਿਕ ਅੰਕਾਂ ਦੀ ਘਟਾਓ ਵਿੱਚ ਕਿਹੜਾ ਗੁਣ ਲਾਗੂ ਨਹੀਂ ਹੁੰਦਾ? ਕਿਹੜਾ ਨਹੀਂ ਲਾਗੂ ਹੁੰਦਾ? ਰੀਅਲ ਨੰਬਰਸ ਦੀ ਸਬਟ੍ਰੈਕਸ਼ਨ ਦੇ ਲਈ which rule is not applicable, which law is not applicable? बेटा इंग्लिश ਦੇ ਵਿੱਚ ਜਿਹੜੀ ਤੁਹਾਡੇ ਕੋਲ ਅਸਾਈਨਮੈਂਟ ਹੈ ਉਹਦੇ ਵਿੱਚ ਇਸ ਕੁਐਸਚਨ ਨੂੰ ਐਪਲੀਕੇਬਲ ਲਿਖਿਆ ਹੋਇਆ ਹੈ, ਇੱਥੇ ਤੁਸੀਂ ਕੱਟ ਕੇ ਨਾਟ ਐਪਲੀਕੇਬਲ ਕਰ ਲਓ। ਪਹਿਲਾ ਹੈ ਇਹਦੇ ਵਿੱਚ ਕ੍ਰਮ ਵਟਾਂਦਰਾ, ਯਾਨੀ ਕਿ ਕਮਿਊਟੇਟਿਵ ਲਾਅ। दैट मींस a - b ਕਰੀਏ और b - a ਕਰੀਏ ਤਾਂ ਕਿ ਇਹਨਾਂ ਦਾ ਆਨਸਰ ਸੇਮ ਆਂਦਾ ਹੈ? ਨਹੀਂ, ਇਹਨਾਂ ਦਾ ਆਨਸਰ ਸੇਮ ਨਹੀਂ ਆਂਦਾ। 5 - 3 ਦਾ ਆਨਸਰ 2 ਆएगा और 3 - 5 ਦਾ ਆਨਸਰ -2 ਆएगा। ਪਹਿਲਾ ਤਾਂ ਇਹ ਹੈ ਵੀ ਇਹ ਲਾਗੂ ਨਹੀਂ ਹੁੰਦਾ। ਕਲੋਜ਼ਰ, ਜੇ ਆਪਾਂ ਦੋ ਰੀਅਲ ਨੰਬਰਸ ਨੂੰ ਮਾਈਨਸ ਕਰੀਏ ਤਾਂ ਉਹਦਾ ਆਨਸਰ ਵੀ ਇੱਕ ਰੀਅਲ ਨੰਬਰ ਹੀ ਆਏਗਾ। ਬਿਲਕੁਲ ਸਹੀ ਹੈ, ਇਹ ਲਾਗੂ ਹੁੰਦਾ ਹੈ। ਡਿਸਟ੍ਰੀਬਿਊਟਿਵ ਲਾਅ ਲਾਗੂ ਹੋ ਜਾਂਦਾ ਹੈ। ਤਾਂ ਬੇਟਾ ਜਿਹੜਾ ਸਹਿਚਾਰਿਤਾ ਦਾ ਗੁਣ ਹੈ, ਐਸੋਸੀਏਟਿਵ ਲਾਅ, ਉਹ ਵੀ ਐਕਚੁਅਲੀ ਵਾਸਤਵਿਕ ਅੰਕਾਂ ਦੀ ਘਟਾਓ ਦੇ ਉੱਪਰ ਲਾਗੂ ਨਹੀਂ ਹੁੰਦਾ। ਦੋ ਚੀਜ਼ਾਂ ਹੈ ਜਿਹੜੀਆਂ ਲਾਗੂ ਨਹੀਂ ਹੁੰਦੀਆਂ ਨੇ, ਕਿਉਂਕਿ a - b - c ਕਰੀਏ ਉਹਨੂੰ ਆਪਾਂ ਜੇ ਸੋਲਵ ਕਰੀਏ ਬ੍ਰੈਕਟ ਵਿੱਚ a - b + c ਬਣਦਾ ਹੈ, और तो a - b - c ਇਹਨਾਂ ਦੋਨਾਂ ਨੂੰ ਪਹਿਲਾਂ ਲੈ ਲਈਏ, ਬ੍ਰੈਕਟ ਲਗਾ ਲਈਏ ਤਾਂ ਇਹਦਾ ਆਨਸਰ ਇਹੀ ਸੇਮ ਹੀ ਰਹੇਗਾ। ਇਹ ਦੋਨੋਂ ਆਪਸ ਵਿੱਚ ਇਕੁਅਲ ਨਹੀਂ ਨੇ। ਸੋ अंतर्बंध जरूर है, क्लोजर प्रॉपर्टी लागू होती है, डिस्ट्रीब्यूटिव लॉ लागू होता है, लेकिन क्रम वटांदरा और सहचारिता, एसोसिएटिव लॉ और कम्यूटेटिव लॉ दोनों ही लागू नहीं होते। नेक्स्ट क्वेश्चन वाला ਆਪਾਂ ਚੱਲਦੇ ਹਾਂ। क्वेश्चन नंबर 15 ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? which one of the following is wrong? पाई एक परिमेय संख्या है, राइट है। वास्तविक संख्या ਦਾ ਸਮੂਹ ਜੋੜ ਦੇ ਲਈ ਬੰਦ ਹੈ।
अगर दो रियल नंबर्स ਨੂੰ ਆਪਾਂ ਐਡ ਕਰੀਏ ਤਾਂ ਆਨਸਰ ਰੀਅਲ ਨੰਬਰ ਹੀ ਆਉਂਦਾ ਹੈ, ਇਹ ਟਰੂ ਹੈ। अपरिमेय संख्यावां ਦਾ ਸਮੂਹ ਗੁਣਾ ਲਈ ਬੰਦ ਹੈ, ਯਾਨੀ ਕਿ ਦੋ अपरिमेय ਸੰਖਿਆਵਾਂ ਨੂੰ ਆਪਾਂ ਇਰੈਸ਼ਨਲ ਨੰਬਰਸ ਨੂੰ ਜੇ ਗੁਣਾ ਕਰੀਏ ਤਾਂ ਆਨਸਰ ਹਮੇਸ਼ਾ ਹੀ ਇਰੈਸ਼ਨਲ ਆਉਂਦਾ ਹੈ, ਰੋਂਗ। ਇਹ ਆਪਾਂ ਉੱਪਰ ਕਰ ਚੁੱਕੇ हैं कि वो रैशनल और इरैशनल दोनों ही हो सकते हैं। तो आ ऑप्शन अपना इस क्वेश्चन के हिसाब नाल सी ऑप्शन बनेगा। वास्तविक संख्यावां दा समूह गुणा ਲਈ ਬੰਦ है, रियल नंबर्स ਨੂੰ मल्टीप्लाई करी ਤਾਂ आंसर रियल नंबर ही आता है। ए भी अपने कोल ट्रू है, तो सी ऑप्शन ਜਿਹੜਾ है वो भी सिर्फ एक फॉल्स ਬਣਦਾ है। 16th क्वेश्चन, ਇੱਕ ਆਦਮੀ ਕਿੰਨੀ ਵੱਧ ਤੋਂ ਵੱਧ ਸੰਭਵ ਗਤੀ ਨਾਲ 52 ਕਿਲੋਮੀਟਰ ਅਤੇ 91 ਕਿਲੋਮੀਟਰ ਸਹੀ ਮਿੰਟਾਂ ਵਿੱਚ ਤੁਰ ਸਕਦਾ ਹੈ। ਸਹੀ मतलब बेटा कंप्लीट पूरा पूरा नंबर होवे विच सेकंड ना बढ़दे होण। ਇਹ ਜਦੋਂ बेटा ਆਂਦਾ ਨਾ ਵੱਧ ਤੋਂ ਵੱਧ ਤਾਂ ਤੁਸੀਂ ਸਮਝ ਜਾ ਕਰੋ ਇਹ HCF ਮਹੱਤਵ ਸਮਾਵਰਤਕ ਦਾ ਕੁਐਸਚਨ ਹੈ ਤੇ 52 ਅਤੇ 91 ਦਾ ਆਪਾਂ HCF ਪਤਾ ਕਰਾਂਗੇ ਔਰ ਉਹ ਆ ਜਾਏਗਾ ਆਪਣੇ ਕੋਲ 13। ठीक है, सो ਇੱਥੇ 13 ਮਿੰਟ 13 ਆ ਇੱਥੇ ਮੀਟਰ ਗਲਤ ਲਿਖਿਆ बेटा, ਇੱਥੇ ਕਿਲੋਮੀਟਰ ਚ ਕੁਐਸਚਨ ਯਾਨੀ ਕਿ 13 ਕਿਲੋਮੀਟਰ ਪਰ ਮਿੰਟ। ਹੁਣ ਕਿਵੇਂ 13 ਕਿਲੋਮੀਟਰ ਦੀ ਸਪੀਡ ਪਰ ਜੇ ਜਾਊਗਾ ਤਾਂ ਉਹ 4 ਮਿੰਟਾਂ ਦੇ ਵਿੱਚ 52 ਕਿਲੋਮੀਟਰ ਤੇ 7 ਮਿੰਟਾਂ ਦੇ ਵਿੱਚ 91 ਕਿਲੋਮੀਟਰ ਪੂਰਾ ਕਰ ਲੂਗਾ। क्वेश्चन नंबर 70, प्राकृतिक संख्यावां ਦੇ ਜੋੜੇ ਜਿਨ੍ਹਾਂ ਦਾ ਸਭ ਤੋਂ ਛੋਟਾ ਆਮ ਗੁਣਕ 78 ਹੈ ਅਤੇ ਸਭ ਤੋਂ ਵੱਡਾ ਸਾਂਝਾ ਭਾਜਕ 13 ਹੈ। ਹੁਣ ਉਹ ਦੋ ਨੈਚੁਰਲ ਨੰਬਰਸ ਦਾ ਤੁਸੀਂ ਪੇਅਰ ਪਤਾ ਕਰਨਾ ਹੈ ਜਿਹਦਾ ਮਲਟੀਪਲ ਸਭ ਤੋਂ ਛੋਟਾ ਹੋਵੇ, ਲੀਸਟ ਕਾਮਨ ਮਲਟੀਪਲ 78 ਹੋਵੇ ਔਰ HCF 13 ਹੋਵੇ। ਠੀਕ ਹੈ, ਇਹਨੂੰ ਸਿਰਫ मतलब समझा के लिखा है, ये है LCM ਅਤੇ HCF। कई बार ਆਪਾਂ HCF ਨੂੰ बेटा GCD भी कह ਦਿੰਦੇ हैं, ग्रेटेस्ट कॉमन डिवाइजर। इंग्लिश ਦੀ ਵਰਕਸ਼ੀਟ ਦੇ ਵਿੱਚ ਇਹ ਸ਼ਬਦ ਆਇਆ ਤਾਂ ਇਹਦਾ ਆਨਸਰ ਹੈ ਆਪਣੇ ਕੋਲ D ਪਾਰਟ 78 ਐਂਡ 13 ਜਾਂ ਫਿਰ 26 ਐਂਡ 39। ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ A B ਆਪਾਂ ਅੱਜ ਗੁਣਨਖੰਡ ਦੇ ਰੂਪ ਵਿੱਚ ਪ੍ਰਗਟ ਕੀਤੇ ਜਾ ਸਕਦੇ ਹਨ ਤਾਂ ਇਹਨਾਂ ਵਿੱਚੋਂ ਕਿਹੜਾ ਸੱਚ ਹੈ। A ਦੇ ਰੱਖਿਆ B ਦੇ ਰੱਖਿਆ ਤੇ ਆਪਾਂ ਨੂੰ ਇਹਦੇ ਵਿੱਚ HCF और LCM ਦੀ ਲੋੜ ਪੈ ਗਈ ਤਾਂ ਤੁਸੀਂ HCF ਪਤਾ ਕਰ ਲਓ, ਸਾਂਝੇ ਗੁਣਨਖੰਡ ਲਿਖੋ ਔਰ ਛੋਟੀ ਘਾਤ ਦੇ ਵਿੱਚ P Q ਲਿਖ ਲੈ, P ਦੀ ਇੱਕ ਘਾਤ Q ਦੀ ਕਿੰਨੀ ਉਹ ਵੀ ਇੱਕ ਘਾਤ। LCM ਦੇ ਵਿੱਚ ਵੀ ਸਾਰੇ ਗੁਣਨਖੰਡ ਲਿਖੋ ਲੇਕਿਨ ਵੱਡੀ ਘਾਤ ਦੇ ਵਿੱਚ ਲਿਖਣੇ ਨੇ P6 Q3। ਠੀਕ ਹੈ, ਹੁਣ ਇਹਨੂੰ ਇਹਦੀ ਫਾਰਮ ਦੇ ਵਿੱਚ ਲਿਖੋ। ਤੁਹਾਨੂੰ LCM ਵੱਡਾ ਲੱਗ ਰਿਹਾ ਨਾ ਤੇ ਇਹਨੂੰ LCM ਦੀ ਫਾਰਮ ਦੇ ਵਿੱਚ ਲਿਖ ਲਓ। ਆਪਾਂ P Q ਇੱਥੇ ਲਿਖ ਲੈਂਦੇ ਆ ਜੋ ਕਿ ਆਪਣਾ HCF ਹੋ ਜਾਏਗਾ ਤਾਂ P ਦੀ ਪਾਵਰ 5 ਬਚੀ Q ਦੀ ਪਾਵਰ 2 यानी कि HCF मल्टीप्लाइड बाय P5 Q2। P5 Q2 HCF B option is the right option। क्वेश्चन नंबर 19, हेठ लिखिਆ ਜੋ ਕਿਹੜਾ ਕਥਨ ਸੱਚ ਹੈ, which one of the following is true। ਜਦੋਂ ਕਿਸੇ ਵੀ ਸੰਖਿਆ ਦੇ ਵਰਗ ਨੂੰ 4 ਨਾਲ ਵੰਡਿਆ ਜਾਂਦਾ ਹੈ ਤਾਂ ਬਾਕੀ ਬਚਾ 1 ਜਾਂ 0 ਹੁੰਦਾ ਹੈ। ਇਹਦਾ ਇੰਗਲਿਸ਼ ਵਿੱਚ ਬੇਟਾ ਕੀ ਦੇ ਰੱਖਿਆ ਹੈ, the remainder when the square of any number is divided by 4 is 1 or 0। ਕਿਸੇ ਵੀ ਸਕੁਆਇਰ ਨੂੰ ਆਪਾਂ ਡਿਵਾਈਡ ਕਰੀਏ 4 ਦੇ ਨਾਲ ਤਾਂ 0 1 ਬਚਣਾ ਚਾਹੀਦਾ ਹੈ। ये बिल्कुल सही है बेटा, करके देख लो। कोई प्राकृतिक संख्या नहीं है जिसका वर्ग 2 नाल खत्म हुंदा होवे। स्क्वायर्स जब ਆਪਾਂ ਕਰਦੇ ਹਾਂ ਤਾਂ ਐਂਡ ਵਿੱਚ बेटा 2 नहीं ਆਂਦਾ ਹੈ। ਤੁਸੀਂ 0 ਤੋਂ ਲੈ ਕੇ 9 ਤੱਕ ਦੇ ਸਕੁਆਇਰ ਜੇ ਪਾਓ 0 1 4 9 16 25 36 49 64 ਤੇ 81 ਕਿਸੇ ਦੇ ਐਂਡ ਦੇ ਵਿੱਚ ਜਿਹੜਾ ਹੈ ਉਹ 2 ਨਹੀਂ ਆਉਂਦਾ ਹੈ। ਠੀਕ ਹੈ, ਸੋ ਇਹ ਵੀ ਸਹੀ ਹੈ। ਇੱਕ ਧਨਾਤਮਕ ਸੰਪੂਰਨ ਸੰਖਿਆ n ਅਭਾਜਨ ਜੇਕਰ n ਤੋਂ ਛੋਟੀ ਕੋਈ ਵੀ ਅਭਾਜ ਸੰਖਿਆ ਇਸ ਨੂੰ ਨਹੀਂ ਬਣਦੀ। ਕੋਈ ਵੀ ਅਗਰ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਕਹਾਉਂਦਾ ਕਿਉਂ ਹੈ, ਜੇ ਉਹ ਤੋਂ ਛੋਟਾ ਪ੍ਰਾਈਮ ਨੰਬਰ ਨੂੰ ਵੰਡਦਾ ਨਹੀਂ ਤਾਂ ਬਿਲਕੁਲ ਠੀਕ ਹੈ ਬੇਟਾ, ਉਹ ਆਪ ਹੀ ਸਿਰਫ ਉਹਦੇ ਦੋ ਫੈਕਟਰਸ ਹੋਣੇ ਨੇ, ਉਹ ਆਪ ਹੀ ਖੁਦ ਨੂੰ ਵੰਡ ਸਕਦਾ, ਡਿਵਾਈਡ ਕਰ ਸਕਦਾ। ਉਸ ਤੋਂ ਛੋਟਾ ਪ੍ਰਾਈਮ ਨੰਬਰ ਅਗਰ ਵੰਡਣ ਹੀ ਲੱਗ ਗਿਆ ਫਿਰ ਉਹਦੇ ਫੈਕਟਰਸ ਹੀ ਬਣ ਜਾਣਗੇ, ਫਿਰ ਉਹ ਭਾਜ ਸੰਖਿਆ ਕਿਵੇਂ ਹੋਈ, ਪ੍ਰਾਈਮ ਨੰਬਰ ਕਿਵੇਂ ਹੋਇਆ। ਤਾਂ ਇਹਦਾ ਮਤਲਬ ਸਾਰੇ ਹੀ ਵਿਕਲਪ ਜਿਹੜੇ ਆ ਉਹ ਸਹੀ ਨੇ, all of them are true। क्वेश्चन नंबर 20th ਵੱਲ ਚੱਲਦੇ ਆ ਬੇਟਾ। ਜੇਕਰ ਦੋ ਸੰਖਿਆਵਾਂ ਦੇ LCM HCF ਬਰਾਬਰ ਹਨ ਤਾਂ ਸੰਖਿਆਵਾਂ ਕੀ ਹੋਣਗੀਆਂ, ਬਰਾਬਰ ਹੀ ਹੋਣਗੀਆਂ, ਤਾਂ ਹੀ ਇਹਨਾਂ ਦੇ LCF LCM ਬਰਾਬਰ ਨੇ। ਜਿਵੇਂ ਆਪਾਂ 7 ਅਤੇ 7 ਇਹਨਾਂ ਦਾ LCM HCM ਬਰਾਬਰ ਤਾਂ ਹੀ ਹੋਊਗਾ ਜੇ ਦੋਨੋਂ ਸੰਖਿਆਵਾਂ ਹੀ ਬਰਾਬਰ ਨੇ। ਇਹਨਾਂ ਦਾ LCM ਵੀ 7 ਹੈ, HCF ਵੀ ਕਿੰਨਾ ਹੋਏਗਾ, 7 ਹੀ ਹੋਏਗਾ। ਇਹਨਾਂ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸਭ ਤੋਂ ਵੱਡਾ ਅਭਾਜ ਗੁਣਨਖੰਡ ਹੈ। ਇਹਦਾ ਅਭਾਜ ਗੁਣਨਖੰਡ ਸਭ ਤੋਂ ਵੱਡਾ ਕਿਹੜਾ ਬਣੂਗਾ, 11 13 17 ਅਤੇ 31। ਇਹ ਸਾਰੇ ਪ੍ਰਾਈਮ ਨੰਬਰ ਆਹ ਵਾਲੇ ਯੂਜ਼ ਹੋ ਰਹੇ ਨੇ ਤੇ ਇਹਦੇ ਵਿੱਚੋਂ ਸਭ ਤੋਂ ਗ੍ਰੇਟੈਸਟ ਪ੍ਰਾਈਮ ਨੰਬਰ ਜਿਹੜਾ ਉਹ 31 ਹੈ। ਜੇਕਰ 117 ਕਿਤਾਬਾਂ
45 मैथ्स ਦੀਆਂ 72 ਆਪਣੇ ਕੋਲ ਐਸਐਸਟੀ ਦੀਆਂ ਜੀਓਗ੍ਰਾਫੀ ਦੀਆਂ ਇਸ ਤਰ੍ਹਾਂ ਪੈਕ ਕੀਤੇ ਗਏ ਨੇ ਕਿ ਹਰੇਕ ਬੰਡਲ ਦੇ ਵਿੱਚ ਇੱਕੋ ਵਿਸ਼ੇ ਦੀਆਂ ਇੱਕੋ ਜਿਹੀਆਂ ਕਿਤਾਬਾਂ ਹੋਣ ਦਾ ਸਭ ਤੋਂ ਘੱਟ ਬੰਡਲਾਂ ਦੀ ਗਿਣਤੀ ਲੱਭੋ, ਸਭ ਤੋਂ ਘੱਟ। ਤੇ ਆਪਾਂ ਤਿੰਨੋਂ ਨੰਬਰਾਂ ਦਾ ਬੇਟਾ 117 ਦਾ ਆਪਾਂ ਫੈਕਟਰਸ ਬਣਾ ਲਈਏ, 45 ਦੇ ਫੈਕਟਰਸ ਬਣਾ ਲਈਏ, 72 ਦੇ ਫੈਕਟਰਸ ਬਣਾ ਲਈਏ। 13 यानी कि 3 power 2 multiplied by 13, 45 is 9 5s are 45, 3 power 2 into 5 और आगे अपने को 72 9 8s यानी कि 3 power 2 ਤੇ 2 power 3। ठीक है ਤੇ ਹੁਣ ਇਹਦੇ ਵਿੱਚੋਂ ਆਪਾਂ ਇਹਦਾ ਲੱਭਣਾ HCF ਤੁਹਾਨੂੰ ਨਜ਼ਰ ਆ ਰਿਹਾ 3 power 2 यानी कि 9 is the answer। 360 सेंटीमीटर गुणा 280 सेंटीमीटर ਦੇ ਇੱਕ आयतकार धात ਦੇ ਟੁਕੜੇ ਨੂੰ ਇੱਕੋ ਜਿਹੇ ਵਰਗ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਬਣਾਏ ਗਏ ਵਰਗ ਟੁਕੜਿਆਂ ਦੀ ਗਿਣਤੀ ਦੱਸੋ। ਯਾਨੀ ਕਿ 360 ਬਾਈ 280 ਦਾ ਇੱਕ ਆਪਣੇ ਕੋਲ ਰੈਕਟੈਂਗਲ ਹੈ ਔਰ ਬਣਾਣੇ ਨੇ ਆਪਾਂ ਇਹਦੇ ਸਕੁਆਇਰਸ ਬਣਾਣੇ ਨੇ ਤਾਂ ਮੈਕਸਿਮਮ ਸਕੁਆਇਰਸ ਆਪਣੇ ਕੋਲ ਕਿੰਨੇ ਬਣਨਗੇ। ਤਾਂ ਇਹਨਾਂ ਦੋਨਾਂ ਦਾ ਆਪਾਂ ਕੀ ਪਤਾ ਕਰਾਂਗੇ ਬੇਟਾ HCF। ਤਾਂ HCF ਇਹਨਾਂ ਦਾ ਆ ਜਾਏਗਾ ਆਪਣੇ ਕੋਲ 40। HCF ਆ ਗਿਆ 40। ਹੁਣ ਤੁਸੀਂ ਦੇਖਣਾ ਹੈ लेंथ ਦੇ अलोंग अपने को कितने टुकड़े बनणगे और ब्रेथ ਦੇ अलोंग कितने टुकड़े बनणगे। ਤਾਂ 360 upon 40 यानी कि इधरों 9 बनणगे और 280 upon 40 ਤੇ ਇਧਰੋਂ 7 बनणगे। ਤਾਂ टोटल अपने को कितने टुकड़े बन गए बेटा 63 यानी कि 63 वर्ग अपने को टोटल बन जाएंगे। जेकर A 22 मल्टीप्लाई बाय 3x है, B 22 मल्टीप्लाई बाय 3 मल्टीप्लाई बाय 5 है ते C 22 गुणा 3 गुणा 7 है। एलसीएम 3780 है तो x किस दे बराबर होवेगा। एक क्वेश्चन बेटा A 22 पावर 3x ठीक है ਤਾਂ ਆਪਾਂ ਨੂੰ ਸੋਲਵ ਕਰ ਲੈਂਦੇ ਹਾਂ। LCM यानी कि सारे दे सारे गुणनखंड लिख लिए ਆਪਾਂ 22 भी आ गया 3 ਉਹਦੀ पावर x भी आ गई और 5 भी आ गया और 7 भी आ गया ठीक है। और एक ਇਹਦੇ ਬਰਾਬਰ ਦੇ ਰੱਖਿਆ ਆਪਾਂ ਨੂੰ 3780 ਦੇ ਬਰਾबर ਦੇ ਰੱਖਿਆ ਹੈ। ਓਕੇ ਹੁਣ ਆਪਾਂ ਬੇਟਾ ਇਹਦੇ ਵੀ ਫੈਕਟਰਸ ਬਣਾ ਲਈਏ ਤਾਂ 2 ਪਾਵਰ 2 3 ਪਾਵਰ 3 और 5 ਮਲਟੀਪਲਾਈਡ ਬਾਈ 7 ਬਣ ਜਾਏਗਾ। ਤੁਸੀਂ ਇਹਦੇ ਪ੍ਰਾਈਮ ਫੈਕਟਰਸ ਬਣਾਓ ਤਾਂ ਆ 2 ਦੀ ਪਾਵਰ ਆ ਬੇਟਾ 22 नहीं हैगा 2 ਦੀ ਪਾਵਰ 2 है ਅਸਲ ਦੇ ਵਿੱਚ ਆ 2 ਪਾਵਰ 2 है 2 ਪਾਵਰ 2 तो a ਤਾਂ कैंसिल ही हो गया और 5 भी कैंसिल हो गया 7 भी कैंसिल हो गया तो 3 ਦੀ ਪਾਵਰ 3 यानी कि x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 3 ਆ ਗਈ ਤਾਂ डी ऑप्शन इज द राइट ऑप्शन। 3 ਪਾਵਰ n ਜਿੱਥੇ n ਇੱਕ ਨੈਚੁਰਲ ਨੰਬਰ ਹੈ ਇਸ ਅੰਕ ਨਾਲ ਖਤਮ ਨਹੀਂ ਹੋ ਸਕਦੀ ਵੀ 3 ਦਾ ਆਪਾਂ ਪਾਵਰ ਜਦੋਂ ਬਣਾਉਂਦੇ ਆ ਬੇਟਾ ਤਾਂ ਉਹਦੇ ਐਂਡ ਦੇ ਵਿੱਚ ਕਦੇ ਵੀ 5 ਨਹੀਂ ਆ ਸਕਦਾ। ਦੇਖੋ 3 ਪਾਵਰ ਜੇ 0 ਹੋਏਗੀ ਤਾਂ 1 ਆ ਗਿਆ और वैसे भी नेचुरल नंबर क्या है तो 0 तो वैसे नहीं हो सकता। 3 पावर 1 3 3 पावर 2 कितना आ जाएगा अपने को 9 3 पावर 3 कितना आ जाएगा 27 और 3 पावर 4 कितना आ जाएगा 81 और 3 9 7 1 ਇਹ ਤੋਂ ਬਾਅਦ ਦੁਬਾਰਾ ਰਿਪੀਟ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ 5 ਵਿੱਚ ਕਦੇ ਵੀ ਖਤਮ ਨਹੀਂ ਹੋਊਗਾ। 26 ਜੇਕਰ ਦੋ ਧਨਾਤਮਕ ਪੂਰਨ ਸੰਖਿਆਵਾਂ a ਅਤੇ b ਦਾ HCF 1 ਹੈ ਤਾਂ ਉਹਨਾਂ ਦਾ LCM ਕਿੰਨਾ ਹੋਗਾ। ਬਈ ਦੋ ਆਪਾਂ ਨੰਬਰਸ ਲੈ ਲੇ ਉਹਨਾਂ ਦਾ ਲੀਸਟ ਕਾਮਨ HCF ਜਿਹੜਾ ਹਾਈਐਸਟ ਕਾਮਨ ਫੈਕਟਰ ਉਹ 1 ਹੈ ਤਾਂ LCM ਕਿਵੇਂ ਆਊਗਾ ਦੋਨਾਂ ਨੂੰ ਮਲਟੀਪਲਾਈ ਕਰਕੇ ਆ ਜਾਣਾ ਬਸ। क्यों क्योंकि LCM और HCF दोनों ਨੂੰ ਮਲਟੀਪਲਾਈ ਕਰਕੇ a ਮਲਟੀਪਲਾਈਡ ਬਾਈ b ਆਉਂਦਾ ਹੈ ਜਦੋਂ ਆ 1 ਨਹੀਂ ਆ ਗਿਆ। HCF 98 28 ਦਾ m ਹੈ LCM n ਹੈ ਤਾਂ n ਗੁਣਾ m ਦਾ ਮੁੱਲ ਕਿੰਨਾ ਹੋਵੇਗਾ ਤਾਂ ਇਹਦਾ ਆਨਸਰ ਬੇਟਾ 2744 ਹੈ। ਇਹਦਾ ਆਨਸਰ ਅਸਲ ਦੇ ਵਿੱਚ 98 ਮਲਟੀਪਲਾਈ ਬਾਈ 28 ਹੋਵੇਗਾ ਲੇਕਿਨ ਇੰਗਲਿਸ਼ ਦੇ ਵਰਕਸ਼ੀਟ ਦੇ ਵਿੱਚ ਬੇਟਾ ਇਹ ਆਨਸਰ ਦੇ ਨਹੀਂ ਰੱਖਿਆ ਤਾਂ ਤੁਸੀਂ ਡੀ ਆਪਸ਼ਨ ਨੂੰ ਠੀਕ ਕਰਕੇ ਲਿਖ ਲਓ 98 ਮਲਟੀਪਲਾਈ ਬਾਈ 28 ਪਾ ਲਓ ਡੀ ਆਪਸ਼ਨ ਦੇ ਵਿੱਚ ठीक है या क्योंकि आ एनु ठीक करके पा लो या तुसी पहले ऑप्शन नहीं कर लो फर्स्ट ऑप्शन नु ही तुसी 2744 लिख लो क्वेश्चन नंबर 27 ਦੇ ਵਿੱਚ ਤੇ 0 ਦੇ ਰੱਖਿਆ 0 ਤਾਂ ਕਿਸੇ ਹਾਲ ਚ ਨਹੀਂ ਆ ਸਕਦਾ। 28th क्वेश्चन -1 ਦੀ ਪਾਵਰ m ਹੋਵੇ और -1 ਦੀ ਪਾਵਰ 8n ਹੋਵੇ ਯਾਨੀ ਕਿ ਈਵਨ ਨੰਬਰ ਉਹਦਾ ਆਨਸਰ ਕੀ ਆ ਗਿਆ 0 ਤਾਂ n ਕੀ ਹੋਏਗਾ
then कोई भी n ਜਿਹੜਾ ਹੈ ਉਹ ਇੱਕ ਟਾਂਕ ਸੰਖਿਆ ਹੋਏਗੀ, ਕੋਈ ਵੀ ऑड ਨੰਬਰ। ਕਿਸ ਤਰੀਕੇ ਨਾਲ ਦੇਖੋ, ਇਹ 0 ਤਾਂ ਬਣ ਸਕਦਾ ਇਹਦਾ ਆਨਸਰ -1 ਆਵੇ, ਔਰ ਇਹ ਤਾਂ ਆਣਾ ਹੀ ਬੇਟਾ 1 ਹੈ +1, ਠੀਕ ਹੈ, ਇਹ ਤਾਂ ਪਲੱਸ ਰਹੇਗਾ ਹੀ। लेकिन आ -1 कदों हो सकता है ਜਦੋਂ a की होवे ऑड होवे एक टांक संख्या होवे, क्योंकि -1 ਦੀ अगर पावर ਈਵਨ होगी जिस्त होगी ਤਾਂ -1 ਗੁਣਾ -1 ਦੇ ਜੋੜੇ ਬਣ ਜਾਣਗੇ, ਆਨਸਰ ਆ ਜਾਏਗਾ ਪਲੱਸ ਦੇ ਵਿੱਚ। ਇਹਨਾਂ ਵਿੱਚੋਂ ਕਿਹੜਾ √3 ਅਤੇ √5 ਦੇ ਵਿਚਕਾਰ ਇੱਕ ਪਰਿਮੇਯ ਸੰਖਿਆ ਹੈ? ਇਹਨਾਂ ਦੀ ਆਪਾਂ ਵੈਲਿਊ ਭਰ ਲੈਂਦੇ ਹਾਂ। √3 1.732 ਹੁੰਦਾ ਹੈ ਔਰ √5 2.236 ਹੁੰਦਾ ਹੈ। ਤਾਂ ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਆ ਗਿਆ ਆਪਣੇ ਕੋਲ 1.857142। ਤਾਂ B option is the right option। नेक्स्ट चलते ਆਪਾਂ 30th क्वेश्चन। बेटा अगर ਤੁਸੀਂ ਇਹਨੂੰ ਨਾਲ-ਨਾਲ ਨੋਟ ਕਰ ਰਹੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ, ਤੁਹਾਡੇ ਕਨਸੈਪਟਸ ਬਹੁਤ ਜ਼ਿਆਦਾ ਕਲੀਅਰ ਹੋ ਰਹੇ ਨੇ। ਸਭ ਤੋਂ ਛੋਟੀ ਸੰਖਿਆ ਜੋ ਇੱਕ ਪੂਰਨ ਵਰਗ ਹੈ, ਇੱਕ ਪੂਰਨ ਵਰਗ ਹੈ ਯਾਨੀ ਕਿ ਕੰਪਲੀਟ ਸਕੁਆਇਰ, ਅਤੇ 16 20 50 ਵਿੱਚੋਂ ਹਰੇਕ ਨਾਲ ਵੰਡੀ ਜਾ ਸਕਦੀ ਹੈ, ਯਾਨੀ ਕਿ ਇਹ ਪੁੱਛ ਰਿਹਾ ਹੈ ਮਲਟੀਪਲ। लेकिन ਉਹ ਉਹਨਾਂ ਵਿੱਚੋਂ ਕੀ ਪੁੱਛ ਰਿਹਾ ਸਭ ਤੋਂ ਛੋਟੀ, ਤਾਂ ਲੀਸਟ ਕਾਮਨ ਮਲਟੀਪਲ ਪੁੱਛ ਰਿਹਾ 2 ਇਹਨਾਂ ਤਿੰਨਾਂ ਦਾ, ਬਟ ਇਟ ਸ਼ੁੱਡ ਬੀ ਅ ਪਰਫੈਕਟ ਸਕੁਆਇਰ। ਜਦੋਂ ਆਪਾਂ ਇਹਨਾਂ ਦਾ ਲੀਸਟ ਕਾਮਨ ਮਲਟੀਪਲ ਕੱਢਦੇ ਹਾਂ ਤਾਂ ਅਸਲ ਦੇ ਵਿੱਚੋਂ 400 ਆਉਂਦਾ ਹੈ, ਔਰ 400 ਦੇ ਵਿੱਚ ਆਨਸਰ ਦੇ ਨਹੀਂ ਰੱਖਿਆ ਹੈਗਾ। ਇਹਨਾਂ ਦੇ ਵਿੱਚੋਂ ਵੈਸੇ ਵੀ ਕੰਪਲੀਟ ਸਕੁਆਇਰ 100 ਤੇ 3600 ਹੀ ਹੈ, ਤਾਂ 400 ਦਾ ਆਨਸਰ ਦੇ ਨਹੀਂ ਰੱਖਿਆ, ਤਾਂ ਤੁਸੀਂ ਇਹਨੂੰ b ਨੂੰ 400 ਬਣਾ ਕੇ ਆਨਸਰ ਲੈ ਸਕਦੇ ਹੋ। ਇੰਗਲਿਸ਼ ਦੇ ਵਿੱਚ ਵੀ ਇੱਥੇ b 100 ਹੀ ਦੇ ਰੱਖਿਆ, ਤੁਸੀਂ ਇਹਨੂੰ ਸ਼ਾਇਦ ਹੋ ਸਕਦਾ ਮਿਸਪ੍ਰਿੰਟ ਹੋਵੇ, ਇਹਨੂੰ 400 ਲੈ ਕੇ ਆਨਸਰ ਕਰ ਲਓ। 4004 ਦੇ ਅਭਾਜ ਗੁਣਨਖੰਡਾਂ ਦੇ ਘਾਤਾਂ ਦਾ ਜੋੜ। ਪਹਿਲੇ ਤੇ ਅਭਾਜ ਗੁਣਨਖੰਡ ਬਣਾਓ ਬੇਟਾ, ਫਿਰ ਉਹਦੀ ਪਾਵਰਸ ਨੂੰ ਤੁਸੀਂ ਐਡ ਕਰਨਾ ਹੈ। 2 1 1 1, ਤਾਂ ਇਹ ਜੋੜ ਜਿਹੜਾ ਹੈ ਉਹ ਆਪਣੇ ਕੋਲ 5 ਆ ਜਾਂਦਾ ਹੈ। 5 ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਜੇਕਰ a ਪਾਵਰ b 32 ਹੈ, a ਅਤੇ b ਧਨਾਤਮਕ ਪੂਰਨ ਅੰਕ ਹਨ, ਤਾਂ b ਪਾਵਰ a b ਦਾ ਮੁੱਲ ਕਿੰਨਾ ਹੋਵੇਗਾ? a ਪਾਵਰ b 32, ਇਹ 2 ਪਾਵਰ 5 ਬੇਟਾ ਉਹ 32 ਦੇ ਬਰਾਬਰ ਹੁੰਦਾ ਹੈ, यानी कि a अपने कोल आ गया 2 और b आ गया अपने कोल 5, ठीक है। हुण b यानी कि 5 और ओदी पावर 2 मल्टीप्लाइड बाय 5 यानी कि 5 पावर 10। थोड़ा जा घुमा के पूछा है क्वेश्चन, तो b ऑप्शन इज द राइट ऑप्शन। द नेक्स्ट क्वेश्चन वाल चलते हैं बेटा, क्वेश्चन नंबर 33। थोड़ा अपन सॉल्व करना पड़ेगा इनु। 1 प्लस √3 दी पावर 2 माइनस 1 माइनस √3 दी पावर 2। ਇਹਦੇ ਲਈ ਬੇਟਾ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ a - b ਹੋਲ ਸਕੁਆਇਰ, a ਸਕੁਆਇਰ + b ਸਕੁਆਇਰ - 2ab। ਜੇ ਤੇ ਪਲੱਸ ਹੋਵੇ ਤੇ ਪਿੱਛੇ ਪਲੱਸ ਲੱਗ ਜਾਂਦਾ ਹੈ, ਤਾਂ 1 + √3 ਦਾ ਸਕੁਆਇਰ -1 - √3 ਦਾ ਸਕੁਆਇਰ। ਚਲੋ 1 + √3 ਦਾ ਸਕੁਆਇਰ 3 ਹੋ ਜਾਊਗਾ, +2 √3 -1 + √3 ਦਾ ਸਕੁਆਇਰ ਅਗेन 3 -2 √3। ਮਾਈਨਸ ਦਾ ਧਿਆਨ ਰੱਖਣਾ ਬੇਟੇ। 4 + 2 √3 -4 + 2 √3, ਤਾਂ ਇਹ ਆ ਗਿਆ ਮੇਰੇ ਕੋਲ 4 √3। ਤਾਂ ਕੀ ਆ ਗਈ ਇੱਕ अपरिमेय संख्या। इट्स अ पॉजिटिव इरेशनल नंबर। √5 - 2 √6 ਦਾ ਮੁੱਲ ਕਿਹਦੇ ਬਰਾਬਰ ਹੈ? ਦੇਖੋ √5 ਨੂੰ ਲਿਖੋ ਪਹਿਲਾਂ 2 + 3 और -2 √3 और √2, ठीक है। फिर 2 ਨੂੰ ਕੀ ਲਿਖਾਂਗੇ? √2 ਦਾ ਸਕੁਆਇਰ प्लस √3 ਦਾ ਸਕੁਆਇਰ +2 √3 √2। ਹੁਣ ਤੁਸੀਂ ਧਿਆਨ ਨਾਲ ਦੇਖੋ a - b ਹੋਲ ਸਕੁਆਇਰ ਦਾ ਫਾਰਮੂਲਾ ਬਣ ਗਿਆ √2 - √3 ਦਾ ਸਕੁਆਇਰ और बाहर क्या आ गया अपने को अंडर दी रूट। ਤਾਂ ਇਹ ਸੋਲਵ ਹੋ ਕੇ √2 - √3 ਆ ਜਾਏਗਾ, क्योंकि अंडर रूट पावर होती है 1/2 और 2 पावर जो आपस में कैंसिल होती है। तो सी ऑप्शन इज द राइट ऑप्शन। इफ -1 पावर n + 1 -1 पावर 4n = 0। ਇਹਦੇ ਨਾਲ ਦਾ ਕੁਐਸਚਨ ਬੇਟਾ ਸੇਮ ਆਪਾਂ ਪਹਿਲਾਂ ਕੀਤਾ ਸੀਗਾ, ਇੱਥੇ 8 0 ਸੀ और आंसर ਇਹਦਾ ਸੇਮ ਹੀ ਹੈ। कोई भी टांग प्राकृतिक संख्या एनी ऑड नेचुरल नंबर इज द आंसर। क्वेश्चन नंबर 36 ਤੋਂ ਬੇਟਾ ਸ਼ੁਰੂ ਕਰਦੇ ਹਾਂ। ਹੇਠ ਲਿਖੇ ਕਥਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਸਹੀ ਵਿਕਲਪ ਚੁਣੋ। Read the following statements and choose the correct option। ਇੱਕ ਚੱਕਰ ਦੇ ਘੇਰੇ ਦਾ ਇਸ ਦੇ ਵਿਆਸ ਦੇ ਨਾਲ ਅਨੁਪਾਤ ਪਾਈ ਦਰਸਾਇਆ ਜਾਂਦਾ ਹੈ। Circumference and diameter ਦੀ ਰੇਸ਼ੋ ਹਮੇਸ਼ਾ ਕੀ ਹੁੰਦੀ ਹੈ? ਪਾਈ ਹੁੰਦੀ ਹੈ। ਤਾਂ ਇੱਕ ਸਟੇਟਮੈਂਟ ਦਾ ਬਿਲਕੁਲ ਸਹੀ ਹੀ ਹੈ। ਪਾਈ ਇੱਕ ਅਸ਼ਾਂਕ
अनावर्ती दशमलव अंश है। पाई की डेसिमल रिप्रेजेंटेशन जो है वो नॉन टर्मिनेटिंग है, ये तो ठीक है, लेकिन वो अनावर्ती है, नॉन रेकरिंग है, ये भी ठीक है। ਉਹਦਾ ਸਹੀ ਮੁੱਲ 22/7 ਹੈ, ਇਹ ਗਲਤ ਹੈ। 22/7 ਬੇਟਾ ਉਹਦਾ ਅਪਰੋਕਸੀਮੇਟ ਮੁੱਲ ਹੁੰਦਾ ਹੈ, ਐਗਜ਼ੈਕਟ ਮੁੱਲ ਨਹੀਂ ਹੁੰਦਾ ਹੈ, ਕਿਉਂਕਿ ਉਹਦਾ ਜਿਹੜਾ ਦਸ਼ਮਲਵ ਵਿਸਤਾਰ ਹੁੰਦਾ ਹੈ ਉਹ ਕਦੇ ਖਤਮ ਹੀ ਨਹੀਂ ਹੁੰਦਾ ਹੈਗਾ ਔਰ ਕੋਈ ਰਿਪੀਟ ਵੀ ਨਹੀਂ ਹੁੰਦਾ ਹੈ। ਤਾਂ ਕਥਨ 1 ਸਹੀ ਹੈ ਔਰ ਕਥਨ 2 ਗਲਤ ਹੈ। ਇੰਗਲਿਸ਼ ਦੇ ਵਿੱਚ ਆਪਾਂ ਸਟੇਟਮੈਂਟ ਦੇਖ ਲੈਂਦੇ ਹਾਂ। ਇੰਗਲਿਸ਼ ਦੇ ਵਿੱਚ ਬੇਟਾ ਇਹ ਲਿਖਿਆ ਹੋਇਆ ਹੈ ਪਾਈ ਇਜ਼ ਨॉन ਟਰਮੀਨੇਟਿੰਗ ਰੈਕਰਿੰਗ ਡੈਸੀਮਲ। ਤਾਂ ਇਹਦੇ ਵਿੱਚ ਤਾਂ ਇਹੀ ਗਲਤ ਲਿਖਿਆ, ਰੈਕਰਿੰਗ ਤਾਂ ਹੋਣਾ ਹੀ ਨਹੀਂ ਚਾਹੀਦਾ। ਇੱਥੇ ਪੰਜਾਬੀ ਵਿੱਚ ਸਹੀ ਲਿਖਿਆ ਅਨਾਵਰਤੀ and its exact value is pi 22/7, but statement पूरी गलत ही है। so statement 1 is correct but 2 is false। question number 37 में चलते हैं ਆਪਾਂ, ਕਿਹੜਾ ਕਥਨ ਸਹੀ ਨਹੀਂ ਹੈ, ਯਾਨੀ ਕਿ which one of this is false, not true ਲਿਖਿਆ। ਦੋ ਅਪਰਿਮੇय ਸੰਖਿਆਵਾਂ ਦਾ ਜੋੜ ਹਮੇਸ਼ਾ ਅਪਰਿਮੇय ਹੁੰਦਾ ਹੈ, ਇਹ ਤਾਂ true ਹੈ। ਰੈਸ਼ਨਲ ਨੰਬਰਸ ਨੂੰ ਜੋੜੋ ਤਾਂ ਇਰੈਸ਼ਨਲ ਨੰਬਰਸ ਨੂੰ ਜੋੜੋ ਤਾਂ ਆਨਸਰ ਵੀ ਕੀ ਆਉਂਦਾ ਆਪਣੇ ਕੋਲ, ਇਰੈਸ਼ਨਲ ਹੀ ਆਉਂਦਾ ਹੈ। ਦੋ ਅਪਰਿਮੇय ਸੰਖਿਆ ਅਗਰ ਬਰਾਬਰ ਨੇ ਤਾਂ ਆਨਸਰ ਵਿੱਚ परिमेय संख्या भी तो आ ही सकती है, √3 - √3 0 आ जाएगी तो एक परिमेय संख्या होगी। दो परिमेय संख्यावां दा गुणनफल हमेशा अपरिमेय हुंदा है, ये भी गलत है। √3 और √3 ਨੂੰ ਮਲਟੀਪਲਾਈ ਕਰਾਂਗੇ ਤਾਂ 3 ਵੀ ਆ ਸਕਦਾ ਹੈ, 3 ਆ ਜਾਂਦਾ ਹੈ, ਠੀਕ ਹੈ। ਤਾਂ ਰੈਸ਼ਨਲ और ਇਰੈਸ਼ਨਲ ਦੋਨੋਂ ਹੀ ਹੁੰਦਾ ਹੈ, ਤਾਂ ਵਾਲੀ ਸਟੇਟਮੈਂਟ ਵੀ ਗਲਤ ਹੈ। ਦੋ परिमेय ਸੰਖਿਆਵਾਂ ਦਾ ਭਾਗਫਲ ਹਮੇਸ਼ਾ परिमेय ਹੁੰਦਾ, ਇਹ ਸਹੀ ਹੈ, ਠੀਕ ਹੈ। ਸੋ ਇਹਨੇ ਗਲਤ ਪੁੱਛਿਆ, ਇਹ ਤਾਂ ਗਲਤ ਹੈ ਹੀ ਬੇਟਾ, ਠੀਕ। बी ऑप्शन डिफरेंस बिटवीन टू रैशनल नंबर्स इज इरैशनल, ਇਹ ਵੀ ਅਸਲ ਦੇ ਵਿੱਚ ਦੋਨੋਂ ਹੀ ਸਟੇਟਮੈਂਟ ਜਿਹੜੀਆਂ ਗਲਤ ਨੇ। ਇਹ ਇੱਥੇ ਆਪਾਂ ਨੂੰ ਪਰਿਮੇय ਬਣਾ ਸਕਦੇ ਹਾਂ, ਪਰਿਮੇय ਬਣਾ ਸਕਦੇ ਹਾਂ। ਹਮੇਸ਼ਾ ਹੀ ਅਪਰਿਮੇय ਹੁੰਦਾ ਇਹ ਨਹੀਂ ਸਹੀ ਹੈਗਾ, ਜਾਂ ਹਮੇਸ਼ਾ ਵਰਡ ਕੱਟ ਦੋ, ਹਮੇਸ਼ਾ ਜਿਹੜਾ ਹੈ ਉਹ ਵਰਡ ਕੱਟ ਦੋ ਫੇਰ ਆ ਠੀਕ ਹੈ। ਅਪਰਿਮੇय ਹੁੰਦਾ ਕਿਉਂਕਿ ਦੋਨੋਂ ਬਰਾਬਰ ਹੋ ਗਈਆਂ ਤਾਂ ਅਪਰਿਮੇय ਨਹੀਂ, ਫਿਰ ਉਹ 0 ਆ ਜਾਂਦਾ ਆਨਸਰ। ਤਾਂ ਇਹ ਥੋੜੀ ਜਿਹੀ ਕੰਟਰੋਵਰਸ਼ੀਅਲ ਦੀ ਸਟੇਟਮੈਂਟ ਹੈ। आ थोड़ा आंसर हमेशा ही ये फॉल्स रहेगा कि दो अपरिमेय संख्यावां दा गुणनफल जेड़ा परिमेय अपरिमेय दोनों ही हो सकदा, रैशनल इरैशनल दोनों ही हो सकदा। इन्हां विचों किस विच सब तो ਵੱਧ ਭਾਜਕ ਹਨ। ਹੁਣ ਆਪਾਂ ਇਹ ਦੇਖਣਾ ਹੈ ਕਿ 99 ਦੇ ਫੈਕਟਰਸ 101 ਦੇ, ਇਹਨਾਂ ਸਾਰਿਆਂ ਦੇ ਫੈਕਟਰਸ ਸਭ ਤੋਂ ਜ਼ਿਆਦਾ ਕਿਹਦੇ ਬਣਦੇ ਨੇ। ਸੋ 99 ਦੇ ਜਿਹੜੇ ਫੈਕਟਰਸ ਨੇ ਇਹਦੇ ਵਿੱਚ ਬੇਟਾ ਸਭ ਤੋਂ ਜ਼ਿਆਦਾ 176 ਦੇ ਫੈਕਟਰਸ ਬਣ ਰਹੇ ਨੇ, ਤੁਸੀਂ ਫੈਕਟਰਾਈਜੇਸ਼ਨ ਕਰ ਸਕਦੇ ਹੋ। क्वेश्चन नंबर 39 लेंदी और समझने वाला क्वेश्चन है, बड़े एग्जामिनेशन ਜਿਹੜੇ ਕੰਪੀਟੀਸ਼ਨ ਵਾਲੇ ਹੁੰਦੇ ਉਹਦੇ ਚ क्वेश्चन ਬਹੁਤ ਵਾਰ ਆਉਂਦਾ ਹੈ। 7 ਤੋਂ ਸਭ ਤੋਂ ਛੋਟਾ ਗੁਣਜ, ਯਾਨੀ ਕਿ ਤੁਸੀਂ 7 ਦਾ ਲੀਸਟ ਮਲਟੀਪਲ ਲੱਭਣਾ ਹੈ, 7 ਦਾ ਮਲਟੀਪਲ ਲੱਭਣਾ ਹੈ ਜਿਸ ਨੂੰ 6 9 15 18 ਨਾਲ ਵੰਡਣ ਤੇ 4 ਦਾ ਬਾਕੀ ਬਚਦਾ ਹੈ। ਹੁਣ ਇਹਨਾਂ ਨਾਲ ਸਾਰੇ ਨਾਲ ਵੰਡਿਆ ਜਾਵੇ, ਯਾਨੀ ਕਿ ਇਹਨਾਂ ਦੇ ਮਲਟੀਪਲ ਨਾਲ ਵੰਡਿਆ ਜਾਵੇ, ਯਾਨੀ ਕਿ ਇਹਨਾਂ ਦੇ ਲੀਸਟ ਕਾਮਨ ਮਲਟੀਪਲ ਨਾਲ ਵੰਡਿਆ ਜਾਵੇ ਤਾਂ ਸਭ ਤੋਂ ਛੋਟਾ ਲੈਣਾ। ਸੋ ਪਹਿਲਾ ਸਟੈਪ ਆਪਣਾ ਇਹ ਹੋਊਗਾ 6 9 15 ਅਤੇ 18 ਦਾ ਆਪਾਂ ਐਲਸੀਐਮ ਪਤਾ ਕਰਾਂਗੇ। ਜਦ ਤੁਸੀਂ ਫਾਈਂਡ ਆਊਟ ਕਰੋਗੇ ਤਾਂ ਐਲਸੀਐਮ ਆ ਜਾਏਗਾ ਆਪਣੇ ਕੋਲ 90। ਇਹਨਾਂ ਕੰਮ ਤੁਸੀਂ ਕਰ ਲੈਣਾ। ਹੁਣ ਆਪਾਂ ਕੀ ਕਰਨਾ ਹੈ, 4 ਬਾਕੀ ਬਚਣਾ ਚਾਹੀਦਾ ਹੈ, ਓਕੇ। ਔਰ 7 ਦਾ ਸਭ ਤੋਂ ਛੋਟਾ ਗੁਣਜ, 7 ਦਾ ਗੁਣਜ ਹੋਣਾ ਚਾਹੀਦਾ ਹੈ 90 ਮਲਟੀਪਲਾਈਡ ਬਾय k और 4 बचता होवे, 4 बचता हो, ठीक। और ए नंबर दा आंसर जो है वो की आना चाहिए है, 7 दा मल्टीपल आना चाहिए है। सो ਆਪਾਂ बेटा ਇਹਦੇ ਵਿੱਚ वैल्यूज पुट करके देखांगे जब तक कि अपने को 7 दा मल्टीपल ना आ जाए। अगर आप 1 पुट करते हैं तो आंसर आ जाएगा 94, 2 पुट करते हैं तो आ जाएगा 184, और 3 पुट करते हैं तो आ जाएगा 274, और अगर आप 4 पुट करते हैं तो आ जाएगा 364। अगर तुसी इहनू 7 नाल डिवाइड करते हो तो ਇਹਦੇ ਵਿੱਚ 364 ਜਿਹੜਾ ਹੈ ਉਹ ਪੂਰਾ ਦਾ ਪੂਰਾ 7 ਨਾਲ ਡਿਵਾਈਡ ਹੁੰਦਾ ਹੈ। ਇਹ ਉਹ ਨੰਬਰ ਹੈ ਜਿਹਨੂੰ ਆਪਾਂ 6 9 15 18 ਨਾਲ अगर डिवाइड करांगे तो रिमाइंडर कितना आना चाहिए है, 4 आएगा ही आएगा। सो 364 इज द आंसर। तो ਆਪਾਂ स्टेप्स की कीते, पहला एलसीएम कट लिया, एलसीएम आ गया ओदा मल्टीपल और प्लस 4।
ਹੁਣ ਇਹਦਾ ਆਨਸਰ ਤੁਸੀਂ 1 2 3 4 ਸੋ ਔਨ ਪੁੱਟ ਕਰਕੇ ਦੇਖਣਾ ਹੈ ਕਿ 7 ਨਾਲ ਕਦੋਂ ਡਿਵੀਜ਼ੀਬਲ ਹੋਵੇ। ਕੁਐਸਚਨ ਕਿਸੇ ਵੀ ਨੰਬਰ ਲਈ ਆ ਸਕਦਾ ਸੀਗਾ, ਤੁਸੀਂ ਉਹਦੇ ਨਾਲ ਇਹਨੂੰ ਡਿਵਾਈਡ ਕਰਕੇ ਵੇਖਣਾ ਸੀ। ਨੈਕਸਟ ਕੁਐਸਚਨ ਚੱਲਦੇ ਆਪਾਂ। ਕੁਐਸਚਨ ਨੰਬਰ 40, ਜੇਕਰ ਸੰਖਿਆ 88200 ਨੂੰ ਅਭਾਜ ਗੁਣਨਖੰਡਿਤ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ਤਾਂ ਇਸ ਦਾ k ਦਾ ਮੁੱਲ ਕੀ ਹੋਵੇਗਾ। ਯਾਨੀ ਕਿ ਇਸ ਗਿਵਨ ਨੰਬਰ ਦੇ ਆਪਾਂ ਕੀ ਬਣਾਣੇ ਨੇ, ਪ੍ਰਾਈਮ ਫੈਕਟਰਸ ਬਣਾਣੇ ਨੇ। ਪ੍ਰਾਈਮ ਫੈਕਟਰਸ ਦੇ ਵਿੱਚ ਇਹ ਪਤਾ ਕਰਨਾ ਹੈ ਕਿ ਲਾਸਟ ਵਾਲਾ ਜਿਹੜਾ ਫੈਕਟਰ ਹੈ ਉਹ ਕਿਹੜਾ ਹੈ। ਤੁਹਾਨੂੰ ਪਤਾ ਹੀ ਹੈ ਪ੍ਰਾਈਮ ਫੈਕਟਰਸ ਬੇਟਾ ਕਿਸ ਤਰੀਕੇ ਨਾਲ ਬਣਾਈਦੇ ਨੇ, ਔਰ ਇੱਥੇ ਦੇ ਹੀ ਰੱਖੇ ਨੇ। ਤਾਂ ਅਸਲ ਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹਨੂੰ ਡਿਵਾਈਡ ਕਰਨਾ ਹੈ 2 ਦੀ ਪਾਵਰ 3 3 ਪਾਵਰ 2 5 ਪਾਵਰ 2। ਜੇ ਤੁਸੀਂ ਇਹਦੇ ਨਾਲ ਡਿਵਾਈਡ ਕਰ ਲਓਗੇ ਤਾਂ ਅਸਲ ਦੇ ਵਿੱਚ 7 ਪਾਵਰ 2 49 ਬਚ ਜਾਂਦਾ ਹੈ। ਤੇ ਇਹਦਾ ਮਤਲਬ k ਦਾ ਮੁੱਲ ਕਿੰਨਾ ਹੈ ਆਪਣੇ ਕੋਲ 7 ਹੈ। ਜਾਂ ਤੁਸੀਂ ਇਹਦੇ ਫੈਕਟਰਸ ਬਣਾ ਲਓ ਜਾਂ ਸਾਰੇ ਨੰਬਰ ਦੇ ਨਾਲ ਇਹਨੂੰ ਡਿਵਾਈਡ ਕਰ ਲਓ ਤਾਂ ਆਪਣੇ ਕੋਲ ਆਨਸਰ k ਦਾ ਆਨਸਰ ਕਿੰਨਾ ਆ ਜਾਏਗਾ 7। ਸੋ ਇਹ ਸੀ ਬੇਟਾ ਤੁਹਾਡੀ ਪਹਿਲੀ ਵਰਕਸ਼ੀਟ। ਮੈਂ ਤੁਹਾਨੂੰ ਇਹ ਸਲਾਹ ਦਵਾਂਗੀ ਇਹਦਾ ਪ੍ਰਿੰਟ ਆਊਟ ਲੈ ਲਓ ਔਰ ਇਹਦੇ ਆਨਸਰਸ ਜਿਹੜੇ ਹੈਗੇ ਆਪਣੀ ਕਾਪੀ ਦੇ ਵਿੱਚ ਜ਼ਰੂਰ ਨੋਟ ਕਰੋ, ਬਾਏ ਹਾਰਟ ਨਾਲ ਉਹਨੂੰ ਸਮਝੋ, ਯਾਦ ਕਰੋ, ਟੀਚਰ ਦੀ ਹੈਲਪ ਲਓ। ਮੇਰੇ ਨਾਲ ਇੰਟਰੈਕਟਿਵ ਮੋਡ ਦੇ ਵਿੱਚ ਰਹੋ। ਜਿੱਥੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਤੁਸੀਂ ਮੈਨੂੰ ਸਕਰੀਨਸ਼ਾਟ ਸ਼ੇਅਰ ਕਰ ਸਕਦੇ ਹੋ। WhatsApp ਨੰਬਰ ਤੁਹਾਨੂੰ ਗਿਵਨ ਹੀ ਹੈਗਾ ਤੇ ਮੈਂ ਤੁਹਾਨੂੰ ਜ਼ਰੂਰ ਉਹਦਾ ਰਿਸਪੌਂਸ ਦੇਵਾਂਗੀ ਔਰ ਤੁਹਾਨੂੰ ਉਹਨੂੰ ਕੁਐਸਚਨ ਨੂੰ ਦੁਬਾਰੇ ਸਮਝਾਵਾਂਗੇ ਤੇ ਨਾਲ ਦੇ ਕੁਐਸਚਨ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ। ਅਗਰ ਤੁਸੀਂ ਚੈਨਲ ਪਰ ਪਹਿਲੀ ਬਾਰ ਆਏ ਹੋ ਤਾਂ ਡੂ ਸ਼ੇਅਰ ਇਟ ਵਿਦ ਯੋਰ ਫਰੈਂਡਸ ਆਲਸੋ, ਡੂ ਹਿੱਟ ਦ ਲਾਈਕ ਬਟਨ ਐਂਡ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ। ਆਉਣ ਵਾਲੀ ਸਾਰੀ ਸ਼ੀਟਸ ਦੇ ਵਿੱਚ ਐਵੇਂ ਤੁਹਾਨੂੰ ਡਿਟੇਲਡ ਸੋਲੂਸ਼ਨ ਜ਼ਰੂਰ ਮਿਲੇਗਾ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।